सतनाम वाहिगुरु साहिब जियो। राग बिलावल महला पंजवा। घर दूजा यानड़िए कै घर गावना। एक ओंकार सतगुर प्रसाद। मैं मन तेरी टेक मेरे प्यारे, मैं मन तेरी टेक। अवर सियाणपा बिरथियां प्यारे, राखन को तुम एक। मैं मन तेरी टेक प्यारे, मैं मन तेरी टेक। अवर सियाणपा बिरथियां प्यारे, राखन को तुम एक। रहा सतगुर पूरा जे मिलै प्यारे, सोजन होत निहाला। गुरु की सेवा सो करे प्यारे, जिसनो होए दयाला। सफल मूर्त गुरुदेव सुआमी, सर्ब कला भरपूरे। नानक गुर पार ब्रह्म परमेश्वर, सदा सदा हजूरे। सुन सुन जीवा सोए तिना की, जिन्हें अपना प्रभ जाता। हर नाम आराधे नाम वखाणे, हर नामे ही मन राता। सेवक जन की सेवा मांगै, पूरै कर्म कमावा। नानक की बेनंती स्वामी, तेरे जन देखण पावा। वड भागी से काढ़िए प्यारे, संत संगत जिना वासो। अमृत नाम आराधिय निर्मल, मनै होवै परगासो। जन्म मरण दुख काटिय प्यारे, चूकै जम की काणे। तिन्हा प्राप्त दर्शन नानक, जो प्रभ अपने भाणे। ऊंचे अपार बेअंत सुआमी, कौन जानै गुण तेरे। गावते उधरें सुनते उधरें, बिनसै पाप कन्हेरे। पशु प्रेत मुगध को तारे, पाहन पार उतारै। नानक दास तेरी शरण आई, सदा सदा बलिहारै। पशु प्रेत मुगध को तारे, पाहन पार उतारै। नानक दास तेरी शरण आई, सदा सदा बलिहारै। वाहिगुरु जी का खालसा, वाहिगुरु जी की फतेह। जुगो जुग अटल, तन तन गुरु ग्रंथ साहिब जी। गुरु पातशाह जी दी अपार अजमत बख्शिश। ढलदी शाम संगत दीयां कड़ियां असीं प्राप्त कीतियां ने। ਇਹ ਸਮਾਂ ਗੁਰਬਾਣੀ ਵਿਆਖਿਆਨ ਦਾ। ਇਸ ਵਿੱਚ ਬਿਲਾਵਲ ਰਾਗ ਦੇ ਬਚਨ ਨੇ। ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਮੁਕਾਮੀ ਸ਼ਬਦ ਜੋ ਅਸੀਂ ਬੀਤੇ ਤੋਂ ਵਿਚਾਰਦੇ ਆ ਰਹੇ ਹਾਂ, ਆਪ ਜੀ ਨੇ ਪਾਠ ਰੂਪ ਵਿੱਚ ਸਰਵਨ ਕੀਤਾ ਹੈ। ਵਿਚਾਰ ਦਾ ਆਗਾਜ਼ ਰਹਾਉ ਦੇ ਬੰਦ ਦੀ ਜਸਟਿਕ ਸਰਸਰੀ ਨਜ਼ਰ ਦੇ ਨਾਲ ਕਰਦੇ ਹਾਂ। ਉਪਰੰਤ 2 ਨੰਬਰ ਬੰਦ ਜੋ ਪਦਾ 'ਚ ਵਿਚਾਰ ਲਈ ਬਣਦਾ ਹੈ, ਉਹਦੇ ਤੋਂ ਅਸੀਂ ਵਿਚਾਰ ਅੱਗੇ ਤੋਰਾਂਗੇ। ਸਾਹਿਬ ਜੋ ਜ਼ਿਕਰ ਕਰ ਰਹੇ ਸੀ, ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਣ ਕੋ ਤੁਮ ਏਕ। ਰਹਾ
ਜੇ ਆਪਾਂ ਬਹੁਤ ਡੀਪ ਲੈਵਲ ਤੇ ਬੜੀ ਡਿਟੇਲ ਦੇ ਅੰਦਰ ਹਿਊਮਨ ਸਾਈਕੀ ਨੂੰ, ਹਿਊਮਨ ਮਾਈਂਡ ਨੂੰ, ਭਾਵੇਂ ਗੁਰਬਾਣੀ ਦੇ ਆਸ਼ੇ ਮੁਤਾਬਕ ਤੇ ਭਾਵੇਂ ਮਾਡਰਨ ਰਿਸਰਚ ਦੇ ਅਕੋਰਡਿੰਗਲੀ ਦੋਨਾਂ ਲੈਵਲ ਤੇ ਦੇਖਦੇ ਹਾਂ ਤੇ ਪਤਾ ਲੱਗਦਾ ਹੈ ਕਿ ਜੋ ਸਾਡਾ ਬਿਹੇਵੀਅਰ ਆ, ਵਿਹਾਰ ਆ, ਇਹਦੇ ਰੂਟਸ ਬਹੁਤ ਡਿਫਰੈਂਟ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ। ਜਿਵੇਂ ਜਿਹੜੀ ਸਰਫੇਸ ਤੇ ਚੀਜ਼ ਸਾਨੂੰ ਦਿਸਦੀ ਹੈ ਉਹ ਹੈਗਾ ਸਾਡਾ ਇੰਟਲੈਕਟ, ਬੌਧਿਕਤਾ, ਜਿਹਨੂੰ ਅਸੀਂ ਸਿੱਧੇ ਤੌਰ ਤੇ ਆਪਣੀ ਇੰਟਲੈਕਚੁਅਲ ਐਬਿਲਿਟੀ ਕਹਿੰਦੇ ਹੈਗੇ ਆ। ਪਰ ਇਹ ਇੰਟਲੈਕਚੁਅਲ ਐਬਿਲਿਟੀ ਜਿਹੜੀ ਹੈ, ਇਸ ਨੂੰ ਜਿਵੇਂ ਹੀ ਥੋੜ੍ਹਾ ਈਗੋ ਦਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਉਹਦਾ ਟੱਚ ਮਿਲਦਾ ਆ, ਉਹਦੀ ਇੱਕ ਥੋੜ੍ਹੀ ਜਿਹੀ ਸੈਂਸ ਆਉਂਦੀ ਹੈ, ਇਹ ਓਵਰ ਕੌਨਫੀਡੈਂਟ ਲੈਵਲ 'ਤੇ ਆ ਜਾਂਦੀ ਹੈ। ਅਤੇ ਓਵਰ ਕੌਨਫੀਡੈਂਟ ਲੈਵਲ 'ਤੇ ਆਉਣ ਦੀ ਦੇਰ ਆ, ਫਿਰ ਕਲੈਵਰ ਮਾਈਂਡ ਜਿਹੜਾ ਉਹ ਇਸ ਨੂੰ ਓਵਰਲੈਪ ਕਰ ਲੈਂਦਾ। ਬੰਦਾ ਹਰ ਚੀਜ਼ ਫਿਰ ਆਪਣੀ ਚਲਾਕੀ ਨਾਲ ਚਲਾਉਂਦਾ ਹੈ ਜਾਂ ਚਲਾਉਣ ਦਾ ਯਤਨ ਕਰਦਾ ਹੈ, ਅਤੇ ਅੰਦਰ ਦੀ ਬਿਰਤੀ 'ਚ ਇਹ ਚੀਜ਼ ਪੱਕੀ ਧਾਰਨ ਹੋਈ ਜਾਂਦੀ ਹੈ ਕਿ ਮੇਰੇ ਤੋਂ ਚਲਾਕ ਬੰਦਾ ਕੋਈ ਨਹੀਂ, ਮੈਂ ਜੋ ਚਾਹਾਂ ਕਰ ਸਕਦਾ, ਮੈਂ ਹੀ ਹਾਂ ਬਸ। ਇਸ ਬਿਰਤੀ ਦੇ ਨਾਲ ਤੁਰਿਆ ਹੋਇਆ ਬੰਦਾ ਮਤਲਬ ਪੈਰ ਤੇ ਠੋਕਰਾਂ ਵੀ ਖਾਂਦਾ ਹੈ, ਗਲਤੀਆਂ ਵੀ ਕਰਦਾ ਹੈ, ਫਿਰ ਉਹਨਾਂ ਨੂੰ ਜਸਟੀਫਾਈ ਵੀ ਆਪਣੇ ਤਰੀਕੇ ਨਾਲ ਕਰੀ ਜਾਂਦਾ ਵੀ ਹਾਂ ਤੇ ਮੈਂ ਚਲਾਕ, ਪਰ ਦੈਟ ਟਾਈਮ ਆਈ ਮਿਸ ਦੈਟ ਸਾਈਡ। Next time when I will make this type of choice, I will cover this area. ठीक है जी, आ एरिया कवर कर लेगा, कोई दूजा ओपन रह जाएगा। तीसरा, अजीब तरह की हालत, कशमकश च बंदा चलदा। ਇਹਦੇ ਅੰਦਰ ਜੇ ਇਸ ਇੰਟਲੈਕਟ ਨੂੰ ਸਿਰਫ ਇੰਨਾ ਹੀ ਯੂਜ਼ ਕੀਤਾ ਜਾਏ ਕਿਉਂਕਿ ਜੋ ਕੁਦਰਤ ਨੇ क्षमता ਦਿੱਤੀ ਹੈ, ਓਨੈਸਟ ਲੈਵਲ ਤੇ ਉਹਨੂੰ ਯੂਜ਼ ਕਰਨਾ ਆ। ਪਰ ਜਿਹੜਾ ਪੂਰੀ ਇਹ ਐਨਰਜੀ ਹੈ, ਇਹ ਜੀਵਨ ਦੀ ਜਿਹੜੀ ਸਾਰੇ ਦੀ ਸਾਰੀ ਸਮਰੱਥਾ ਆ, ਇਸ ਨੂੰ ਕਿਸੇ ਹਾਇਰ ਸਕੂਲ ਆਫ ਥਾਟ ਦੇ ਸਾਹਮਣੇ ਸਰੈਂਡਰ ਕਰ ਦੇਣਾ। ਉਹ ਹੈ ਕੋਈ ਬੇਸਿਕ ਲੈਵਲ ਦੇ ਪ੍ਰਿੰਸੀਪਲਸ ਨੂੰ ਫੋਲੋ ਕਰਨਾ। ਇਹ ਚੀਜ਼ ਨਿਕਲਦੀ ਹੈ ਸਾਡੀ ਇੱਕ ਤੇ ਬਿਲੀਵ ਸਿਸਟਮ ਦੇ ਵਿੱਚੋਂ, ਦੂਸਰਾ ਸਾਡੀ ਸਪਿਰਿਟ ਵਿੱਚੋਂ। ਜਿੱਥੇ ਬੰਦੇ ਦਾ ਇੱਕ ਬਿਲੀਵ ਸਿਸਟਮ ਆ ਜਾਏ, ਕਿਉਂਕਿ ਇੰਟਲੈਕਟ ਕਹੇ ਵੀ ਇਸ ਬੰਦੇ ਨੂੰ ਤੂੰ ਝੂਠ ਬੋਲਦੇ ਨੂੰ ਪਤਾ ਲੱਗਣਾ ਨਹੀਂਗਾ, ਜੋ ਮਰਜ਼ੀ ਕਹਿ ਦੇ। ਬਿਲੀਵ ਸਿਸਟਮ ਕਿ ਨਾ, ਝੂਠ ਨਹੀਂ ਕਦੀ ਕਿਸੇ ਨੂੰ ਕਹਿਣਾ ਚਾਹੀਦਾ, ਰੱਬ ਵਸਦਾ ਸਾਰਿਆਂ ਦੇ ਵਿੱਚ। ਹੁਣ ਇੱਥੇ ਉਹ ਚੀਜ਼ ਜਿਹੜੀ ਉਹ ਕਲੈਵਰ ਮਾਈਂਡ ਆ, ਉਹਨੂੰ ਰੋਕ ਲੇਗੀ। ਇਹੀ ਬਚਾਅ ਆ ਬੰਦੇ ਦਾ, ਹੋਰ ਕੋਈ ਬਚਾਅ ਨਹੀਂਗਾ। ਜਾਂ ਫਿਰ ਇੱਕ ਸਪਿਰਿਟ ਹੋਏ ਬੰਦੇ ਦੇ ਵਿੱਚ, ਜਿਹਨੂੰ ਅਸੀਂ ਹਿਊਮਨ ਇਨਰ ਇੰਟਿਊਸ਼ਨ ਕਹਿੰਦੇ ਆ ਇੰਗਲਿਸ਼ ਲਿਟਰੇਚਰ ਦੇ ਵਿੱਚ। ਇਹ ਸਹੀ ਰੂਪ ਵਿੱਚ ਕਿਹਾ ਜਾਏ ਤੇ ਇਹ ਸਾਡੇ ਇਨਰ ਇਨਸਟਿੰਕਟ ਦੀ ਵੋਇਸ ਹੁੰਦੀ ਹੈ, ਵਿਵੇਕ ਦੀ ਆਵਾਜ਼। ਇਹ ਲਗਾਤਾਰ ਬੋਲਦੀ ਹੈ, ਇਹ ਦੱਸੀ ਜਾ ਰਹੀ ਹੁੰਦੀ ਹੈ ਕੀ ਠੀਕ ਹੈ, ਕੀ ਗਲਤ ਹੈ, ਕੀ ਸਹੀ ਹੈ, ਕੀ ਨਹੀਂ ਸਹੀ, ਆਪਣੇ ਬਾਰੇ ਵੀ, ਆਲੇ ਦੁਆਲੇ ਬਾਰੇ ਵੀ। ਪਰ ਇਹ ਹੈ ਕਿ ਉਸ ਨੂੰ ਸੁਣਨ ਦੀ क्षमता ਤੇ ਸੁਣ ਕੇ ਮੰਨਣ ਦੀ क्षमता, ਇਹ ਸਾਡੇ ਫਾਈਬਰ ਦੇ ਵਿੱਚ ਪਈ ਹੈ। ਇੱਥੇ ਫਿਰ ਸਪਿਰਿਟ ਦਾ ਸਾਡਾ ਰਿਸ਼ਤਾ ਹੁੰਦਾ ਹੈ, ਜਿਹੜੀ ਵਿਚਲੀ ਬ੍ਰਿਜਿੰਗ ਆ ਉਸ ਵੋਇਸ ਤੇ ਸਾਡੀ ਐਨਰਜੀ, ਸਾਡੀ ਜਿਹੜੀ ਪੂਰੀ ਇਹ ਪਰਸੋਨਾ ਆ ਸਾਡਾ, ਇਹ ਜੇ ਮੰਨਣ ਵਾਲੇ ਪਾਸੇ ਵਾਲੀ ਗੱਲ ਕਰਦੇ ਹਾਂ ਅਸੀਂ, ਇਸ ਨੂੰ ਮੰਨਣ ਲਈ ਐਗਰੀ ਕਰਨ ਵਾਸਤੇ ਜਿਹੜੀ ਬ੍ਰਿਜਿੰਗ ਕਰਦੇ ਨੇ, ਉਸ ਕਰਦੇ ਨੇ ਸੰਸਕਾਰ ਸਾਡੇ, which we'll explain little bit in modern language as a trait. ਮੈਂ ਪਹਿਲੇ ਬੇਨਤੀ ਕੀਤੀ ਕਿ ਗੁਰਬਾਣੀ ਅਤੇ ਬਾਬਤ ਪੂਰ ਦਾ ਪੂਰਾ ਮਤਲਬ ਇੱਕ ਜ਼ਖੀਰਾ ਹੀ ਹੈ, ਜੇ ਤੁਸੀਂ ਇਸ ਲੈਵਲ 'ਤੇ ਗੱਲ ਕਰੀ ਜਾਓ ਤੇ। ਐਟ ਦ ਸੇਮ ਟਾਈਮ ਮਾਡਰਨ ਰਿਸਰਚ ਵੀ ਆਲਮੋਸਟ ਦੇ ਪੈਰਲਲ ਆ ਚੱਲੀ ਹੈ, ਜਿਹੜੀ ਹਿਊਮਨ ਮਾਈਂਡ ਦੇ ਬਾਬਤ ਆ। ਪਰ ਗੁਰੂ ਸਾਹਿਬ ਜੋ ਇੱਥੇ ਬਾਤ ਕਰਦੇ, ਉਹ ਕਹਿੰਦੇ ਕਿ ਜਿਹੜਾ ਮੇਰੇ ਸੋਚਣ ਦਾ, ਜਿਵੇਂ ਮੈਂ
ਇਹਦੀ ਪਹਿਲੇ ਦਿਨ ਜਦੋਂ ਬਾਤ ਚੱਲ ਰਹੀ ਸੀ ਉਸ ਕਿਹਾ ਸੀਗਾ ਕਿ ਸਾਡੇ ਅੰਦਰ ਦੋ ਤਰ੍ਹਾਂ ਦੀਆਂ ਚੀਜ਼ਾਂ ਮਨ ਦੀ ਦੁਨੀਆ 'ਤੇ ਚੱਲਦੀਆਂ। ਇੱਕ ਤਾਂ ਜਾਂ ਤੁਸੀਂ ਬਿਲਕੁਲ ਕਲੈਵਰ ਮਾਈਂਡ ਦਾ ਸਹਾਰਾ ਲੈ ਕੇ ਤੁਰੀ ਚੱਲੋ, ਜਾਂ ਫਿਰ ਕਿਸੇ ਇੱਕ ਹੋਰ ਹਾਇਰ ਅਥਾਰਟੀ ਦੀ ਟੇਕ ਲੈ ਲਓ। ਮੈਂ ਮਨ ਤੇਰੀ ਟੇਕ ਪਿਆਰੇ, ਮੈਂ ਮਨ ਤੇਰੀ ਟੇਕ। ਜਿੱਥੇ ਉਹਦੇ ਆਸਰੇ 'ਤੇ ਹੈ ਅਤੇ ਉਹਦੇ ਦੱਸੇ ਹੋਏ ਇੱਕ ਪ੍ਰਿੰਸੀਪਲ ਨੂੰ ਫੋਲੋ ਕਰਦੇ ਹਾਂ, ਵਕਤੀ ਤੌਰ 'ਤੇ ਫਾਇਦਾ ਨੁਕਸਾਨ ਦੋਨੋਂ ਦਿਸਦੇ ਨੇ। ਵਕਤੀ ਤੌਰ 'ਤੇ ਫਾਇਦਾ ਨੁਕਸਾਨ ਜਿਹੜਾ ਆ, ਜਿਵੇਂ ਸਪੋਜ਼ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਕਰ ਦਿੰਦਾ, ਕਿ ਫਿਲੋਸਫੀਕਲੀ ਕਈ ਵਾਰੀ ਗੱਲਾਂ ਸੁਰਤ ਪਕੜਨ ਤੋਂ ਨਾਬਰ ਵੀ ਹੋ ਜਾਂਦੀ ਹੈ, ਉਹਦੀ ਵੀ ਇੱਕ ਸਮਰੱਥਾ ਆ। ਮੈਂ ਇੱਕ ਹਾਲੀਵੁੱਡ ਦੀ ਇੱਕ ਮੂਵੀ ਦੇਖੀ ਸੀ, ਕਾਫੀ ਸਾਲ ਪਹਿਲਾਂ ਦੀ ਗੱਲ ਆ। ਸਾਡੇ ਕੋਲ ਇੱਕ ਲੈਂਗੁਇਸਟਿਕ ਪ੍ਰੋਗਰਾਮ ਸੀਗਾ, ਉਹਦੇ 'ਚੋਂ ਕੋਈ ਪ੍ਰੋਜੈਕਟ ਦੇ ਅੰਦਰ ਉਹਨਾਂ ਨੇ ਦਿਖਾਈ ਕਾਲਜ ਦੇ ਵਿੱਚ। ਖੈਰ ਉਹਦੇ 'ਚ ਕਈ ਡਾਇਮੈਂਸ਼ਨ ਸੀਗੀਆਂ। ਇੱਕ ਡਾਇਮੈਂਸ਼ਨ ਜਿਹੜੀ ਮੇਰੀ ਪਕੜ 'ਚ ਆਈ ਉਹ ਇਹ ਹੈ ਕਿ ਇੱਕ ਆਰਡੀਨਰੀ ਆਫਿਸ ਵਰਕਰ ਆ, ਜਿਹੜਾ ਆਫਿਸ 'ਚ ਕੰਮ ਕਰਦਾ ਬੰਦਾ, ਅਤੇ ਉਹ ਆਪਣਾ ਸ਼ਿਫਟ ਆਪਣੇ ਆਫਿਸ ਦਾ ਕੰਮ ਕਰਕੇ ਜਿਵੇਂ 9 to 5 ਜੋਬ ਆ ਕੇ ਆਪਣੀ ਕਾਰ 'ਚ ਬੈਠਦਾ ਹੈ, ਅਤੇ ਉਹ ਕੀ ਨੋਟਿਸ ਕਰਦਾ ਹੈ ਕਿ ਉਹਦੀ ਕਾਰ ਦੇ 'ਚ ਇੱਕ ਸ਼ਖਸ ਹੋਰ ਬੈਠਾ ਹੈ। ਜਿਹੜਾ ਇੱਕ ਹੋਰ ਸ਼ਖਸ ਬੈਠਾ ਆ, ਉਹਦੇ ਬਾਬਤ ਆਲੇ ਦੁਆਲੇ ਝਾਤ ਮਾਰਦਾ, ਅਤੇ ਸ਼ਾਇਦ ਕੋਈ ਪੁਲਿਸ ਦੀ ਇੱਕ ਦੋ ਗੱਡੀ ਤੁਰਦੀ ਫਿਰਦੀ ਹੈ, ਅਤੇ ਉਹ ਸ਼ਾਇਦ ਇਹਨੂੰ ਲੱਭ ਰਹੀ ਹੈ। ਪਹਿਲਾਂ ਡਰ ਜਾਂਦਾ, ਉਹ ਕਹਿੰਦਾ ਡਰਨ ਦੀ ਲੋੜ ਨਹੀਂ ਹੈ। ਫਿਰ ਉਹ ਉਹਨੂੰ ਬੈਕ ਕਰਦਾ ਕਿ ਮੈਨੂੰ ਤੂੰ ਇੱਥੋਂ ਸੇਫਲੀ ਕੱਢ ਸਕਦਾ, ਕਿਉਂਕਿ ਤੈਨੂੰ ਕਿਸੇ ਨੇ ਕੁਛ ਕਹਿਣਾ, ਤੇਰੇ ਕੋਲ ID ਕਾਰਡ ਵਗੈਰਾ, ਅਤੇ ਤੂੰ ਕੱਢ ਲੈ ਮੈਨੂੰ। ਕਹਿੰਦਾ ਠੀਕ ਹੈ। ਫਿਰ ਪੁੱਛਦਾ ਤੂੰ ਹੈ ਕੌਣ ਆ? ਕਹਿਣ ਲੱਗਾ ਵੀ ਮੈਂ ਕਿਸੇ ਨੂੰ ਦੱਸਦਾ ਨਹੀਂ ਗਾ, ਮੈਂ ਨਾਂ ਰਿਵੀਲ ਕਰਦੇ ਹਾਂ ਅਸੀਂ ਇਹਦੇ ਬਾਰੇ, ਪਰ ਮੈਂ ਸ਼ਾਰਪ ਸ਼ੂਟਰ ਹਾਂ, ਜਿਸ ਨੂੰ ਲੋਕੀ ਹਾਇਰ ਕਰਦੇ ਨੇ ਕਿਸੇ ਸਪੈਸ਼ਲ ਬੰਦੇ ਨੂੰ ਮਾਰਨ ਵਾਸਤੇ, ਅਤੇ ਸਾਡਾ ਨਿਸ਼ਾਨਾ ਅਚੂਕ ਹੁੰਦਾ ਹੈ। ਪਹਿਲੀ ਵਾਰੀ ਮੈਂ ਕਿਤੇ ਇਸ ਤਰੀਕੇ ਨਾਲ ਟਰਬਲ 'ਚ ਆਇਆ, ਅਦਰਵਾਈਜ਼ ਸਾਡਾ ਪਤਾ ਵੀ ਨਹੀਂ ਲੱਗਦਾ। ਅਸੀਂ ਤਾਂ ਬੜੇ ਕੁਆਇਟਲੀ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਸਨੀਕ ਕਰ ਜਾਂਦੇ ਹਾਂ ਇਹ ਆਪਣਾ ਕੰਮ ਕਰਕੇ। ਅਤੇ ਉਹਨੇ ਆਪਣਾ ਵਿੱਚ ਸਮਾਨ ਵੀ ਰੱਖਿਆ ਉਹਦੀ ਗੱਡੀ ਦੇ ਵਿੱਚ। ਕਹਿੰਦਾ ਵੀ ਮੋਸਟਲੀ ਅਸੀਂ ਇੱਕ ਬੁਲਟ ਲੈ ਕੇ ਜਾਂਦੇ ਹਾਂ, ਉਸ ਬੁਲਟ ਨੂੰ ਅਸੀਂ ਆਪੇ ਆਪਣੇ ਹੱਥਾਂ ਨਾਲ ਬਣਾਉਂਦੇ ਹਾਂ। ਸਪੈਸ਼ਲੀ ਸਾਡੇ ਕੋਲ ਜਿਹੜੀ ਹੈਗੀ ਗਨ ਹੁੰਦੀ ਹੈ, ਅਤੇ ਇੱਕ ਗੋਲੀ ਦੇ ਨਾਲ ਹੀ ਬੰਦੇ ਨੂੰ ਅਸੀਂ ਨਿਸ਼ਾਨਾ ਬਣਾ ਲੈਂਦੇ ਹਾਂ। ਠੀਕ ਹੈ ਜੀ। ਖੈਰ ਉਹ ਜਦੋਂ ਬਾਹਰ ਨਿਕਲ ਜਾਂਦਾ, ਉਹ ਕਹਿੰਦਾ ਵੀ ਸਾਡੇ ਬਾਬਤ ਤਾਂ ਵੈਸੇ ਜਿਹੜੀਆਂ ਹਾਇਰ ਲੈਵਲ ਦੀਆਂ ਏਜੰਸੀਜ਼ ਵਗੈਰਾ ਨੇ, ਜਾਂ ਜਿਹੜੇ ਇੱਕ ਐਲੀਟ ਆ, ਉਹੀ ਜਾਣਦਾ, ਆਮ ਬੰਦੇ ਨੂੰ ਤੇ ਬਾਰੇ ਪਤਾ ਵੀ ਨਹੀਂ ਹੁੰਦਾ, ਪਰ ਫਿਰ ਵੀ ਤੂੰ ਬੜੀ ਹੈਲਪ ਕੀਤੀ ਅੱਜ ਮੇਰੀ, ਅਦਰਵਾਈਜ਼ ਆਈ ਮਾਈਟ ਨਾਟ ਸੇਵ ਮਾਈ ਸੈਲਫ। ਸੋ ਜੇ ਕਿਤੇ ਮੇਰੀ ਲੋੜ ਪਈ ਤਾਂ ਮੇਰਾ ਫੋਨ ਨੰਬਰ ਆ, ਕਾਲ ਕਰ ਲਈ। ਉਹ ਆਰਡੀਨਰੀ ਆਫਿਸ ਪਰਸਨ ਆ, ਉਹ ਕਹਿੰਦਾ ਨਹੀਂ ਮੈਨੂੰ ਕੋਈ ਲੋੜ ਨਹੀਂ ਤੇਰੇ ਕਾਰਡ ਵਗੈਰਾ ਦੀ, ਤੂੰ ਭਾਈ ਕਾਰ ਤੋਂ ਬਾਹਰ ਨਿਕਲ, ਤੇ ਵਾਸਤਾ ਰੱਬ ਦਾ ਤੂੰ ਜਾ ਇੱਥੋਂ। ਵਾਈ ਡੂ ਆਈ ਐਕਚੁਅਲੀ ਵਾਂਟ ਇਨ ਟਰਬਲ? ਉਹ ਕਹਿੰਦਾ ਫਿਰ ਵੀ ਮੈਂ ਕਦੀ ਥੈਂਕਸ ਕਹਿਣਾ ਹੋਏ ਤੈਨੂੰ, ਆਪਣਾ ਨੰਬਰ ਵਗੈਰਾ ਦੇ ਦੇ। ਉਹ ਕਹਿੰਦਾ ਮੈਂ ਨਹੀਂ ਦੇਣਾ ਨੰਬਰ ਤੈਨੂੰ। ਕਹਿੰਦਾ ਫਿਰ ਮੇਰਾ ਰੱਖ ਲੈ। ਨੈਵਰ ਨੋ, ਐਂਡ ਆਫ ਦਾ ਰੋਡ ਯੂ ਨੀਡ ਸਮਨ ਟੂ ਟਾਕ ਟੂ ਸੇ ਸਮਥਿੰਗ। ਠੀਕ ਹੈ ਜੀ। ਉਹ ਕਾਰਡ ਲੈ ਲੈਂਦਾ। ਲੌਂਗ ਸਟੋਰੀ ਸ਼ੋਰਟ ਹੁੰਦਾ ਇਹ ਹੈ ਕਿ ਥੋੜ੍ਹੇ ਇੱਕ ਦਿਨਾਂ ਬਾਅਦ, ਮੇਰੇ ਖਿਆਲ ਨੈਕਸਟ ਡੇ ਉਸ ਨੂੰ ਸ਼ਾਇਦ ਮੂਵੀ ਦਿਖਾਇਆ ਉਹਨਾਂ ਨੇ, ਉਹਦਾ ਮੈਨੇਜਰ ਨੂੰ ਫਾਇਰ ਕਰ ਦਿੰਦਾ। ਉਹਦੇ ਨਾਲ ਉਹ ਲੜਦਾ ਬਹੁਤ, ਗੁੱਸਾ ਬਹੁਤ ਆਉਂਦਾ। ਅਖੀਰ ਉਹ ਗੁੱਸੇ 'ਚ ਉਬਲਿਆ ਹੋਇਆ ਜਦੋਂ ਆਫਿਸ ਤੋਂ ਬਾਹਰ ਨਿਕਲਦਾ, ਕਾਰ 'ਚ ਬੈਠਦਾ, ਅਤੇ ਉਹ ਕਹਿੰਦਾ ਵੀ ਕੋਈ ਨਾ, ਹੁਣ ਤੇਰਾ ਇੰਤਜ਼ਾਮ ਤਾਂ ਕਰਕੇ ਛੱਡਾਂਗਾ ਮੈਂ। ਆਖਰਕਾਰ ਤੂੰ ਮੈਨੂੰ ਜੋਬ ਤੋਂ ਕਢਾਇਆ, ਤੈਨੂੰ ਦੱਸਾਂਗਾ ਮੈਂ ਬੰਦਾ ਕੌਣ ਹੈ। ਬੰਦੇ 'ਚ ਹੁੰਦੀ ਇਹ ਚੀਜ਼ ਹੈ। ਉਹ ਫਿਰ ਆਉਂਦਿਆਂ ਨਾਲ ਆਫਿਸ ਤੋਂ ਘਰ ਆ ਕੇ ਉਹਨੂੰ ਕਾਲ ਕਰਦਾ ਵੀ ਸੱਜਣਾ ਤੇਰੀ ਲੋੜ ਪੈ ਗਈ। ਉਹ ਬੜਾ ਹੱਸਦਾ, ਕਹਿੰਦਾ ਕੀ ਹੋਇਆ? ਕਹਿੰਦਾ ਤੈਨੂੰ ਨਹੀਂ ਪਤਾ, ਤੂੰ ਫਟਾਫਟ ਆ ਜਾ, ਬਸ ਮੈਂ ਤੈਨੂੰ ਮਿਲਣਾ ਚਾਹੁੰਦਾ, ਅਤੇ ਮੈਂ ਤੈਨੂੰ ਬੰਦਾ ਦੱਸਣਾ, ਤੂੰ ਕੰਮ ਕਰਦੇ। ਉਹ ਖੈਰ ਮਿਲਦੇ ਨੇ। ਉਹ ਕਹਿੰਦਾ ਕਿ ਮੇਰਾ ਮੈਨੇਜਰ ਹੈ, ਮੈਨੂੰ ਜੋਬ ਤੋਂ ਫਾਇਰ ਕੀਤਾ, ਅਤੇ ਤੂੰ ਹੁਣ? ਉਹ ਕਹਿੰਦਾ ਐਵੇਂ ਦੇ ਕੰਮ ਨਹੀਂ ਕਰੀਦੇ, ਪਾਗਲਪਨ ਹੈ ਤੇਰਾ, ਤੈਨੂੰ ਜੋਬ ਕੋਈ ਹੋਰ ਮਿਲ ਜਾਏਗੀ, ਇਹਦੇ 'ਚ ਕਿਹੜੀ ਗੱਲ? ਇੰਨੇ ਕੁ ਛੋਟੇ ਕਾਰਨ ਵਾਸਤੇ? ਨਾ 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 ਨਾ, ਮੈਂ ਤਾਂ ਕਰ ਦਿਆਂਗਾ, ਮੈਨੂੰ ਤਾਂ ਕੋਈ ਨਹੀਂ, ਪਰ ਡਾਊਨ ਆਫ ਦਾ ਲਾਈਨ ਤੂੰ ਜਿਹੜਾ ਆ, ਤੂੰ ਗਿਲਟ ਜਾਏਗਾ, ਤੂੰ ਸਾਰੀ ਉਮਰ ਆਪਣੇ ਆਪ ਨੂੰ ਮਾਫ ਨਹੀਂ ਕਰ ਸਕੇਗਾ। ਇਹ ਕੋਈ ਛੋਟੀ ਚੀਜ਼ ਨਹੀਂ, ਇਹ ਹਿਊਮਨ ਲਾਈਫ ਆ। ਉਹ ਕਹਿੰਦਾ ਤੂੰ ਸੱਚੀ ਕਹਿ ਵੀ ਤੂੰ ਮੇਰੀ ਮਦਦ ਹੀ ਨਹੀਂ ਕਰਨੀ ਹੈਗੀ, ਚੰਗਾ ਹੁੰਦਾ ਮੈਂ ਤੈਨੂੰ ਕਾਰ 'ਚੋਂ ਉਤਾਰ ਦਿੰਦਾ। ਖੈਰ ਲੜ ਕੇ ਜੁਦਾ ਹੋ ਗਏ। ਸਮਾਂ ਨਿਕਲ ਗਿਆ, ਆਪਣੀ ਜੱਜ ਚੱਲਦਾ ਰਿਹਾ। ਫਿਰ ਉਹ ਜਿਵੇਂ ਉਹਨਾਂ ਨੇ ਡਰਾਮਾ ਬਣਾਇਆ, ਅਖੀਰ ਫਿਰ ਉਹ ਕਲਾਈਮੈਕਸ ਦੇ ਨੇੜੇ ਜਦੋਂ ਜਾ ਰਿਹਾ ਕੰਮ, ਫਿਰ ਉਹਨਾਂ ਦੀ ਮੁਲਾਕਾਤ ਹੁੰਦੀ। ਜਦੋਂ ਮੁਲਾਕਾਤ ਹੁੰਦੀ ਅਤੇ ਉਹੀ ਸ਼ਖਸ ਜਿਹੜਾ ਉਹਨੂੰ ਕਹਿ ਰਿਹਾ ਸੀਗਾ ਕਿ ਤੂੰ ਭਾਈ ਮੇਰੇ ਵਾਸਤੇ ਉਹ ਮੈਨੇਜਰ ਨੂੰ ਜਿਹੜਾ ਹੈਗਾ ਸ਼ੂਟ ਕਰ ਦੇ, ਅਤੇ ਇਸ ਤਰੀਕੇ ਨਾਲ ਉਹ ਸ਼ਖਸ ਉਹ ਜਦੋਂ ਉਹਨੂੰ ਵੇਖਦਾ, ਸ਼ੂਟਰ ਨੂੰ, ਭੱਜ ਕੇ ਆਉਂਦਾ, ਜਿਵੇਂ ਆਪਣੇ ਲਫ਼ਜ਼ਾਂ 'ਚ ਕਿਹਾ ਜਾਏ ਵੀ ਉਹਦੇ
ਪੈਰੀਂ ਹੱਥ ਲਾਉਣਾ ਤੇ ਤੂੰ ਉਹਨੂੰ ਬੜਾ ਥੈਂਕਫੁਲ ਹੁੰਦਾ, ਸਾਰਾ ਕੁਛ ਕਹਿੰਦਾ। ਉਹ ਕਹਿੰਦਾ ਕੀ ਹੋਇਆ? ਕਹਿਣ ਲੱਗਾ ਤੂੰ ਤੇ ਕਮਾਲ ਕਰਦੀ, ਤੂੰ ਸ਼ਾਰਪ ਸ਼ੂਟਰ ਹੀ ਨਹੀਂ ਇਕੱਲਾ, ਤੂੰ ਤੇ ਸੰਤ ਆਦਮੀ ਹੈ, ਤੂੰ ਤੇ ਕੋਈ ਹਾਇਰ ਲੈਵਲ ਦਾ ਬੰਦਾ ਹੈ। ਉਹ ਕਹਿੰਦਾ ਹੋਇਆ ਕੀ? ਕਹਿਣ ਲੱਗਾ ਹੋਣਾ ਕੀ, ਏਡਾ ਵੱਡਾ ਪਾਪ ਕਰਨਾ ਸੀ ਮੈਂ, ਪੁੱਛ ਕੁਛ ਨਾ, ਤੇਰੇ ਤੋਂ ਕਰਵਾਉਣਾ ਸੀ। ਕਹਿੰਦੇ ਬਾਤ ਕੀ ਬਣੀ? ਕਹਿੰਦਾ ਬਾਤ ਇਹ ਬਣੀ, ਮੈਨੂੰ ਤੇ ਬਾਅਦ ਚ ਪਤਾ ਲੱਗਾ ਕਿ ਮੇਰੀ ਜੌਬ ਤੇ ਕਦੇ ਦੀ ਛੁੱਟ ਜਾਣੀ ਸੀ। ਜਿਸ ਸ਼ਖਸ ਨੇ ਮੇਰੀ ਜੌਬ ਅਜੇ ਤੱਕ ਉਸ ਕੰਪਨੀ 'ਚ ਸੇਵ ਕਰਕੇ ਰੱਖੀ ਸੀ, ਉਹ ਮੈਨੇਜਰ ਸੀਗਾ। ਜਿਸ ਦਿਨ ਮੈਨੂੰ ਫਾਇਰ ਵੀ ਕੀਤਾ, ਉਸ ਦਿਨ ਵੀ ਮੈਨੇਜਮੈਂਟ ਨਾਲ ਮੇਰੀ ਜੌਬ ਕਰਕੇ ਲੜਿਆ। ਬਾਅਦ 'ਚ ਮੈਨੂੰ ਕੋਈ ਹੋਰ ਜੌਬ ਮਿਲ ਗਈ, ਸਭ ਚੀਜ਼ਾਂ ਹੋ ਗਈਆਂ, ਪਰ ਮੈਨੂੰ ਤੇ ਹੁਣ ਪਤਾ ਲੱਗਾ ਕਿ ਉਹ ਬੰਦਾ ਹੀ ਕਿੱਡਾ ਵਧੀਆ ਸੀਗਾ। ਉਹ ਤੇ ਬਹੁਤ ਕਮਾਲ ਦਾ ਬੰਦਾ ਸੀਗਾ। ਪਰ ਕਮਾਲ ਇਹ ਹੈ, ਮੈਂ ਕਦੀ ਉਹਨੂੰ ਮਾਰਨ ਬਾਰੇ ਸੋਚਿਆ ਤੇ ਮੈਂ ਤੇ ਮਾਰ ਦੇਣਾ ਸੀ ਉਹਨੂੰ। ਜੇ ਤੂੰ ਮੇਰੇ ਆਖੇ ਲੱਗ ਜਾਂਦਾ ਤੇ ਉੱਥੇ ਕੰਮ ਖਤਮ ਸੀਗਾ। ਹੋ ਤੂੰ ਮੈਨੂੰ ਕਿੰਨਾ ਬਚਾਇਆ ਉਸ ਦਿਨ। ਉਹਨੇ ਸਾਰੇ ਦਾ ਲੱਭੋ ਲਬਾਬ ਦੇਖਿਆ ਜੇ। ਗੱਲ ਇਹ ਹੈ ਕਿ ਇਸ ਮਨ ਦੇ ਵਿੱਚ ਕੋਈ ਇਸ ਕਿਸਮ ਦੇ ਇਨਫਲੂਐਂਸ ਆਉਂਦੇ ਨੇ। ਜਦੋਂ ਇਸ ਲੈਵਲ ਦੇ ਇਨਫਲੂਐਂਸ ਆਉਂਦੇ ਬੰਦੇ ਦੇ ਅੰਦਰ, ਤੇ ਬੰਦਾ ਅਮਲ ਕਰ ਬੈਠਦਾ, ਫਿਰ ਬਾਅਦ 'ਚ ਉਹਨਾਂ ਤੇ ਪਛਤਾਉਂਦਾ। ਜਿਹੜਾ ਇੰਟਲੈਕਟ ਆ, ਉਹ ਸਾਨੂੰ ਵਾਈਜ਼ਰ ਚੋਇਸ ਬਣਾਉਣ ਦੇ 'ਚ ਮਦਦ ਨਹੀਂ ਕਰਦਾ। ਉਹ ਵਕਤੀ ਤੌਰ ਤੇ ਸਾਨੂੰ ਕਿਸੇ ਡਿਸੀਜਨ ਨੂੰ ਅਪਲਾਈ ਕਰਨ ਦੇ 'ਚ ਹੈਲਪ ਕਰਦਾ, ਬਸ ਇੰਨਾ ਹੀ ਕਰਦਾ। ਜਿਹੜੀ ਲੌਂਗ ਰਨ ਦੇ ਵਿੱਚ ਚੀਜ਼ ਆ ਨਾ, ਜਿਹਨੂੰ ਕਹਿੰਦੇ ਆ ਕਿ ਅਸੀਂ ਖੋਪੇ ਪਾ ਕੇ ਨਾ ਸੋਚਣਾ, ਟਨਲ ਵਿਊ ਨਾ ਹੋਣਾ। ਟਨਲ ਵਿਊ ਸੋਰਟ ਆਫ ਬੰਦਾ ਮਤਲਬ ਕਿਹਾ ਜਾਂਦਾ ਮੋਰ ਦੈਨ ਹਾਫ ਬਲਾਈਂਡ ਹੋ ਜਾਂਦਾ ਬੰਦਾ, ਉਹਨੂੰ ਕੁਛ ਵੀ ਨਹੀਂ ਦਿਸਦਾ। ਆਪਾਂ ਗੱਡੀ ਵੀ ਡਰਾਈਵ ਕਰਦੇ ਹਾਂ ਨਾ, ਟਨਲ ਵਿਊ ਨਾਲ ਨਹੀਂ ਕਰਦੇ। ਅਸੀਂ ਪ੍ਰੋਪਰ ਜਿਹੜਾ ਹੈਗਾ ਐਟਲੀਸਟ ਜੇ 360 ਨਹੀਂ ਤੇ 180 ਲੈਵਲ ਦਾ ਵਿਊ ਕਰਕੇ ਗੱਡੀ ਡਰਾਈਵ ਕਰ ਸਕਦੇ ਹਾਂ ਅਸੀਂ। ਜੇਕਰ ਅਸੀਂ ਬਲਾਈਂਡ ਸਪੋਟ ਨਹੀਂ ਚੈੱਕ ਕਰ ਰਹੇ ਪ੍ਰੋਪਰਲੀ, ਅਸੀਂ ਆਪਣਾ ਜਿਹੜਾ ਹੈਗਾ ਬੈਕ ਸਾਈਡ ਵਾਲਾ ਮਿਰਰ ਨਹੀਂ ਚੈੱਕ ਕਰ ਰਹੇ, ਅਸੀਂ ਸਿਰਫ ਫਰੰਟ ਜਿਹੜੀ ਹੈਗੀ ਹੈ ਵਿੰਡਸ਼ੀਲਡ ਉਹਨਾਂ ਏਰੀਏ ਦੇਖੀ ਜਾ ਰਹੇ ਹਾਂ, we won't be able to actually survive, we won't be able to drive properly. ਸੋ ਇਹ ਜਿਹੜਾ ਸਾਰਾ ਰੂਪ ਆ, ਇਸ ਸਾਰੇ ਰੂਪ ਨੂੰ ਜਦੋਂ ਬੰਦਾ ਤੱਕੇਗਾ ਤੇ ਫਿਰ ਬੰਦੇ ਨੂੰ ਹੋਏਗਾ ਕਿ ਕੀ ਫੈਸਲਾ ਲਿਆ ਜਾਏ ਤੇ ਕੀ ਨਾ ਲਿਆ ਜਾਏ। ਭਾਈ ਜੋ ਇੱਕ ਪ੍ਰਿੰਸੀਪਲ, ਇੱਕ ਯੂਨੀਵਰਸਲ ਪ੍ਰਿੰਸੀਪਲ ਦੇ ਲੈਵਲ ਤੇ ਠੀਕ ਬਣਦਾ ਹੈ, ਉਹਨੂੰ ਫੋਲੋ ਕਰੀਏ, ਬਾਕੀ ਕਰਤਾਰ ਤੇ ਛੱਡ ਦਈਏ। ਮਤਾ ਐਸਾ ਨਾ ਹੋਏ ਡਾਊਨ ਦਾ ਲਾਈਨ ਕੋਈ ਐਸਾ ਕੰਮ ਕਰ ਲਈਏ ਜਿਹਦੇ ਤੋਂ ਬਾਅਦ ਪਛਤਾਉਣਾ ਪਏ, ਜਿਸ ਤੋਂ ਬਾਅਦ ਰੋਣਾ ਪਏ, ਜਿਸ ਤੋਂ ਬਾਅਦ ਫਿਰ ਇੰਨਾ ਹੋਏ ਕਿ ਉਸ ਨੂੰ ਅਸੀਂ ਦੁਬਾਰਾ ਰਿਵਰਸ ਨਹੀਂ ਕਰ ਸਕਦੇ, ਉਹਨੂੰ ਅਸੀਂ ਦੁਬਾਰਾ ਬਦਲ ਨਹੀਂ ਸਕਦੇ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਅਵਰ ਸਿਆਣ ਬਿਰਥੀਆਂ ਪਿਆਰੇ ਰਾਖਨ ਕੋ ਤੁਮ ਏਕ। ਮੇਰਾ ਰਾਖਾ ਉਹ ਹੈ, ਤੇ ਰਾਖਾ ਕਿਸੇ ਹੋਰ ਚੀਜ਼ ਤੋਂ ਨਹੀਂ, ਦੁਰਤ ਤੋਂ ਹੈ, ਪਾਪ ਬਿਰਤੀ ਤੋਂ ਹੈ। ਬਾਕੀ ਤੇ ਰੱਖਿਆ ਪੈਰ ਪੈਰ ਤੇ ਕਰਤਾਰ ਦੀ ਕੁਦਰਤ ਕਰ ਹੀ ਰਹੀ ਹੈ। ਜੇ ਦੇਖੀਏ ਤੇ ਸਹੀ ਬਾਤ ਇਹ ਹੈ ਵੀ ਛੋਟੀ ਜਿਹੀ ਮਿਸਾਲ ਹੀ ਲਈਏ, ਆਪਾਂ ਸਾਹ ਖਿੱਚਦੇ ਹਾਂ, ਮਤਲਬ ਸਾਹ ਲੈਵਲ ਤੇ ਆਉਂਦਾ ਹੈ ਸਾਨੂੰ, ਅਸੀਂ ਖਿੱਚਦੇ ਵੀ ਕਾਹਦੇ ਹਾਂ, ਆਕਸੀਜਨ ਅਸੀਂ ਇਨਹੇਲ ਕਰਦੇ ਹਾਂ ਜਦੋਂ, ਤੇ ਉਹਦੇ ਨਾਲ ਜਿਹੜੀ ਇਨਹੇਲ ਕੀਤੀ ਹੋਈ ਆਕਸੀਜਨ ਹੈ ਉਹ ਪ੍ਰੋਪਰ ਅੰਦਰੋਂ ਸੂਤਰਾਂ ਦੇ ਵਿੱਚੋਂ ਦੀ ਹੋ ਕੇ ਫੇਫੜਿਆਂ ਦੇ ਜਾ ਕੇ ਬਲੱਡ ਸਟਰੀਮ ਵਿੱਚ ਜਾਂਦੀ ਹੈ। ਜਾਂ ਗਲੇ ਤੋਂ ਸਾਹ ਆਉਂਦਾ ਤੇ ਜਿਹੜੀ ਸਾਹ ਵਾਲਾ ਖਾਸ ਕਰਕੇ ਏਰੀਆ ਹੈ ਤੇ ਉਹਦੇ ਨਾਲ ਹੀ ਫੂਡ ਦਾ ਪਾਈਪ ਆ, ਦੋਨੋਂ ਹੀ ਜੁਆਇੰਟ ਨੇ ਬਿਲਕੁਲ। ਜਦੋਂ ਫੂਡ ਜਾ ਰਿਹਾ, ਕੋਈ ਲਿਕੁਇਡ ਜਾ ਰਿਹਾ, ਗਲੇ ਦਾ ਗਰਾਸ ਜਾ ਰਿਹਾ, ਈਵਨ ਵਾਰ-ਵਾਰ ਜਿਹੜਾ ਹੈਗਾ ਸਲਾਈਵਾ ਸਾਡਾ ਮੂੰਹ ਦੇ ਵਿੱਚੋਂ, ਉਹ ਨਾਲ ਦੀ ਨਾਲ ਪ੍ਰੋਪਰ ਸ਼ਟ ਡਾਊਨ ਹੋ ਜਾਂਦਾ ਹੈ, ਫਿਰ ਅੰਦਰ ਚਲਾ ਗਿਆ। ਜਿਵੇਂ ਹੀ ਸਾਹ ਲੈਣਾ ਦੁਬਾਰਾ ਓਪਨ ਹੋ ਗਿਆ। ਆਟੋ ਆਪਰੇਟਿੰਗ ਵਿਨਰ ਸਿਸਟਮ ਚੱਲ ਰਿਹਾ ਏਡਾ ਕਮਾਲ ਦਾ, ਜਿਹਦੀ ਸਫਿਸਟੀਕੇਸ਼ਨ ਦੇ ਸਾਹਮਣੇ ਅਸੀਂ ਕਈ ਵਾਰ ਬੜੇ ਅਮੇਜ਼ਡ ਹੋ ਜਾਂਦੇ ਹਾਂ। ਇਹ ਕੀ ਹੈ? ਇਹ ਕਰਤਾਰ ਦੀ ਕੁਦਰਤ ਜੀਵਨ ਦੇ ਰਹੀ ਹੈ, ਰੱਖਿਆ ਹੀ ਕਰ ਰਹੀ ਹੈ, ਹੋਰ ਕੀ ਹੈ। ਅਦਰਵਾਈਜ਼ ਆ ਵੀ ਚਾਹਾਂ ਕਈ ਵਾਰੀ ਬੋਲਦੇ ਹਾਂ, ਆਪਨੇ ਵੀ ਮਹਿਸੂਸ ਕਦੀ ਨਾ ਕਦੀ ਹੋ ਜਾਂਦਾ ਇਸ ਤਰੀਕੇ ਨਾਲ, ਜਿਵੇਂ ਮੈਂ ਗਲੇ ਦਾ ਗਰਾਸ ਹੀ ਅੰਦਰ ਲਿਜਾਣ ਲੱਗਾ ਵਾਂ, ਮਤਲਬ ਜਿਹੜਾ ਹੈਗਾ ਸਲਾਈਵਾ ਹੀ ਅੰਦਰ ਲਿਜਾਣ ਲੱਗਾ ਤੇ ਮਾੜਾ ਜਿਹਾ ਹੱਥੋਂ ਆ ਗਿਆ, ਕਿੰਨੀ ਦੇਰ ਬੰਦੇ ਦੀ ਮਤਲਬ ਨੋਰਮਲ ਵੋਇਸ ਵੀ ਨਹੀਂ ਆਉਂਦੀ ਬਾਹਰ। ਸੋ ਰਾਖਾ ਤੇ ਹੈ ਹੀ ਹੈ, ਹਰ ਪਲ ਉਹੀ ਦੇ ਰਿਹਾ ਜੀਵਨ, ਜਿਹੜੀ ਉਹ ਸ਼ਕਤੀ ਦੇ ਰਹੀ, ਵਰਤ ਰਹੀ ਹੈ ਸਾਰੇ ਦੀ ਸਾਰੀ, ਜਿਹਨੂੰ ਗੋਡਲੀ ਪਾਰਟੀਕਲ ਐਬਿਲਿਟੀ ਕਹਿੰਦੇ ਹਾਂ ਅਸੀਂ ਸਾਇੰਟੀਫਿਕ ਲੈਂਗੁਏਜ ਦੇ ਵਿੱਚ, ਉਹ ਤੇ ਆਲਰੇਡੀ ਹੈ। ਪਰ ਹਾਂ, ਇਹਦੇ ਨਾਲ ਜੇ ਬੰਦੇ ਦੇ ਅੰਦਰ ਵਿਸ਼ਵਾਸ, ਜਿਹੜਾ ਬਲੀਵ ਸਿਸਟਮ ਹੈ, ਜਿਹੜੇ ਸਪਿਰਿਟ ਦਾ ਲੈਵਲ ਹੈ, ਉਹ ਵੀ ਹਾਇਰ ਹੋ ਜਾਏ ਤੇ ਫਿਰ ਵਾਕਿਆ 'ਚ ਹੀ ਬੰਦਾ
ਹਰ ਤਰ੍ਹਾਂ ਦੇ ਪਛਤਾਵਿਆਂ ਤੋਂ, ਗਿਲਟ ਤੋਂ, ਰਿਗਰੈਟ ਹੋਣ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਜਾਂਦਾ। ਇਹ ਰਹਾ ਉਹਦਾ ਬੰਦਿਆ। ਅਗਲੇਰਾ ਬਚਨ ਜਿਹੜਾ ਸੀ 2 ਨੰਬਰ ਵਿਚਾਰਨਾ ਸੀਗਾ, ਉਹ ਸੀਗਾ ਗੁਰੂ ਮਹਾਰਾਜ ਬਿਆਨ ਕਰਦੇ, ਸੁਣ ਸੁਣ ਜੀਵਾਂ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ। ਸੁਣ ਸੁਣ ਜੀਵਾਂ ਸੋਏ ਤਿਨਾ ਕੀ, ਸੋਏ ਕਹਿੰਦੇ ਨੇ ਸੋਹਬਤ ਨੂੰ, ਸ਼ੋਭਾ। ਚਲੋ ਇੱਕ ਐਗਜ਼ਾਮਪਲ ਹੋਰ ਲੈ ਲੈਂਦੇ ਇਹਦੇ ਨਾਲ। ਪਿੱਛੇ ਸਰੀ ਦੇ ਅੰਦਰ ਵੈਨਕੂਵਰ ਸਾਈਡ ਦੇ ਵਿੱਚ 1 ਹਫ਼ਤੇ ਦੇ ਵਿੱਚ ਬੜੀ ਗੋਲੀ ਚੱਲੀ। ਈਵਨ ਏਅਰਪੋਰਟ 'ਤੇ ਵੀ ਕਿਸੇ ਨੂੰ ਗੋਲੀ ਮਾਰ ਕੇ ਮਾਰਤਾ ਗਿਆ। ਪਲਾਜੇ ਦੇ ਵਿੱਚ ਦਿਨ ਦਿਹਾੜੇ ਬੜਾ ਇੱਕਦਮ ਬੜਾ ਰੌਲਾ ਪਿਆ। CBC 'ਤੇ ਵੀ ਰੌਲਾ ਪਿਆ ਬੜਾ। ਇਸ ਕਿਸਮ ਇਹ ਸਾਰੀਆਂ ਚੀਜ਼ਾਂ ਹੋਈਆਂ। ਅਤੇ ਉਸ ਸਮੇਂ ਕੁਝ ਰਿਸਰਚਰਸ ਨੇ ਆਪਣੀਆਂ ਗੱਲਾਂ ਕੀਤੀਆਂ, ਪਤਾ ਕੀਤਾ ਵੀ ਆਖਰਕਾਰ ਇਤਨੀ ਵਾਇਲੈਂਸ ਕਿਉਂ ਆ। ਗੈਂਗ ਵਾਰ ਦੀ ਗੱਲ ਖਾਸ ਕਰਕੇ ਹੋ ਰਹੀ ਸੀ। ਅਤੇ ਬੜੇ ਯੰਗ ਬੱਚੇ ਜਿਨ੍ਹਾਂ ਨੂੰ ਅਜੇ ਬਹੁਤ ਜ਼ਿਆਦਾ ਜ਼ਿੰਦਗੀ ਬਾਰੇ ਪਤਾ ਨਹੀਂ ਗਾ, 18, 19, 20, ਮਤਲਬ ਕੋਈ ਰੇਅਰਲੀ ਹੋਏਗਾ ਕੋਈ 25 ਸਾਲ ਦਾ ਹੋਏ ਇੰਨੀ ਯੰਗ ਏਜ ਦੇ ਵਿੱਚ, ਅਤੇ ਇਸ ਕਿਸਮ ਦੀ ਐਨਮਿਟੀ ਆਪਣੇ ਅੰਦਰ ਲਈ ਫਿਰਦੇ, ਕਿਸੇ ਨੂੰ ਮਤਲਬ ਜਿਉਣ ਦਾ ਹੱਕ, ਗੋਲੀ ਚਲਾ ਰਹੇ, ਮਾਰ ਰਹੇ, ਸਭ ਚੀਜ਼ਾਂ ਹੋ ਰਹੀਆਂ ਇਸ ਸਾਰੇ ਰੂਪ ਦੇ ਵਿੱਚ। ਇਹਦੇ ਉੱਤੇ ਜਿਨ੍ਹਾਂ ਲੋਕਾਂ ਨੇ ਅਕੈਡੈਮਿਕ ਸਾਈਡ 'ਤੇ ਰਿਸਰਚ ਕੀਤੀ, ਕੁਝ ਇੰਟਰਵਿਊਜ਼ ਕੰਡਕਟ ਕੀਤੇ ਫੈਮਲੀਜ਼ ਦੇ ਨਾਲ, ਅਤੇ ਫਿਰ ਐਜ਼ ਏ ਐਂਥਰੋਪੋਲੋਜਿਸਟ ਬਿਲਕੁਲ ਰੂਟਸ ਦੇਖੇ ਵੀ ਅਲਟੀਮੇਟਲੀ ਚੀਜ਼ਾਂ ਆ ਕਿੱਥੋਂ ਰਹੀਆਂ ਨੇ। ਉਹਨਾਂ ਨੇ ਕੁਛ ਚੀਜ਼ਾਂ ਕੱਢੀਆਂ ਉਹਦੇ 'ਚ। ਪਹਿਲੀ ਗੱਲ ਤਾਂ ਇੱਕ ਇਹ ਨਿਕਲੀ ਕਿ ਜੇ ਆਮ ਪਰਿਵਾਰਾਂ ਦੇ ਵਿੱਚ ਸਪੋਜ਼ ਕਰੋ ਫੈਮਿਲੀ ਰੂਮ ਵਿੱਚ, ਲਿਵਿੰਗ ਰੂਮ ਵਿੱਚ ਬੈਠਿਆਂ ਡਿਸਕਸ਼ਨਸ ਇਹ ਚੱਲਦੀਆਂ ਕਿ ਲੈ ਭਾਈ ਫਲਾਣਾ ਭਾਈ ਬੜਾ ਤੇਜ਼ ਹੈ ਬੰਦਾ ਹੈ, ਪਤਾ ਹਾਈ ਐਂਡ ਦੀਆਂ ਗੱਡੀਆਂ ਰੱਖੀਆਂ ਨੇ ਘਰ ਦੇ 'ਚ, ਵੱਡਾ ਜਿਹੜਾ ਮੈਂਸ਼ਨ ਵਰਗਾ ਘਰ ਆ, ਐਡਾ ਵੱਡਾ ਕਾਰੋਬਾਰ ਸਟੈਬਲਿਸ਼ ਕਰ ਲਿਆ, ਕਮਾਲ ਕਰ ਦਿੱਤੀ ਭਾਈ 2 ਸਾਲਾਂ 'ਚ, 3 ਸਾਲਾਂ 'ਚ, 4 ਸਾਲਾਂ 'ਚ। ਇਹੋ ਜਿਹੀ ਗੱਲਾਂ ਬਾਤਾਂ ਹੁੰਦੀਆਂ। ਫਿਰ ਪਤਾ ਲੱਗਦਾ ਕੋਈ ਕਹਿੰਦਾ ਵੀ ਬੜਾ ਤੇਜ਼ ਆ, ਤੈਨੂੰ ਪਤਾ ਇਹ ਸਾਰੀ ਜਿਹੜੀ ਡਰੱਗ ਆਈ ਤੇ ਵੇਚਦਾ ਬੰਦਾ, ਜਿਹੜਾ ਇਹ ਕੰਮ ਕਰਦਾ ਸੀ ਤੇ ਕਰਦੇ ਨੇ ਬੜਾ ਪੈਸਾ ਬਣਾਇਆ ਇਹਦੇ ਤੋਂ। ਹੁਣ ਜਿਹੜਾ ਯੰਗ ਮਾਈਂਡ ਆ ਉਹਨੂੰ ਸੁਣਦਾ, ਪਰਸੀਵ ਕਰਦਾ, ਤੇ ਪਰਸੀਵ ਕਰਕੇ ਉਹਦੇ ਮਨ ਦੇ 'ਚ ਆਈਡੀਅਲ ਇਹ ਬਣਦਾ ਵੀ ਅੱਛਾ ਇਹ ਬੜੀ ਕਮਾਲ ਦੀ ਗੱਲ ਆ, ਐਕਚੁਅਲੀ ਐਵੇਂ ਦਾ ਬੰਦਾ ਬਣਨਾ ਚਾਹੀਦਾ ਆ। ਆਪ ਅਹਿਸਾਸ ਕਰੋ, ਮਾਫੀ ਮੰਗਾਂਗਾ ਮੈਂ, ਜਿਵੇਂ ਆ ਪੰਜਾਬੀ ਗਾਣੇ ਸਾਡੇ ਬਹੁਤੇ ਗਵਾਏ ਜਾਂਦੇ ਨੇ। ਰੀਸੈਂਟਲੀ ਮੈਂ ਤਾਂ ਥੋੜ੍ਹਾ ਬਹੁਤਾ ਕਿਤੇ ਇੱਧਰੋਂ ਉੱਧਰੋਂ ਕੋਈ ਚਰਚਾ ਹੁੰਦੀ ਉਹਦੇ 'ਚੋਂ ਚੀਜ਼ਾਂ ਪਕੜਦਾ। ਹਾਲਾਂਕਿ ਸੁਸਾਇਟੀ ਜੇ ਤੁਸੀਂ ਰਹਿੰਦੇ ਹੋ ਤੁਹਾਨੂੰ ਹਰ ਚੀਜ਼ 'ਤੇ ਨਜ਼ਰ ਰੱਖਣੀ ਚਾਹੀਦੀ ਹੈ, ਪਰ ਸਮਹਾਓ ਆਈ ਡੋਂਟ ਹੈਵ ਦੈਟ ਮਚ ਟਾਈਮ। ਪਰ ਜਿਵੇਂ ਉਹ ਗੱਲਾਂ ਕਰਦੇ ਵੈਲੀ ਪੁਣੇ ਦੀਆਂ, ਗੰਨਾਂ ਦੀਆਂ, ਨਸ਼ਿਆਂ ਦੀਆਂ, ਇਹੋ ਜਿਹੀਆਂ ਚੀਜ਼ਾਂ ਦੀਆਂ, ਅਤੇ ਇਹ ਕੀ ਹੈ, ਇਹ ਗਲੋਰੀਫਾਈ ਕੀਤਾ ਜਾ ਰਿਹਾ। ਇਹ ਗਲੋਰੀਫਿਕੇਸ਼ਨ ਹੈ ਰੋਂਗ ਡੂਇੰਗ ਦੀ, ਰੋਂਗ ਕਰੈਕਟਰ ਦੀ, ਅਤੇ ਇੱਕ ਰੋਂਗ ਪ੍ਰੈਕਟਿਸ ਦੀ। ਉਹਦਾ ਫਿਰ ਪ੍ਰਭਾਵ ਕੀ ਪਏਗਾ? ਕੋਈ ਬਹੁਤ ਇਨੋਸੈਂਟ ਮਾਈਂਡ ਜਿਹੜਾ ਆ ਉਹ ਉਹਦਾ ਬਿਲਕੁਲ ਗਾਹਕ ਬਣ ਜਾਏਗਾ। ਹਾਂ ਭਾਈ ਆਹ ਕੰਮ ਕਰਨਾ ਚਾਹੀਦਾ ਹੈ, ਇਹ ਕੰਮ ਜ਼ਰੂਰ ਹੋਣਾ ਚਾਹੀਦਾ ਹੈਗਾ। ਮੈਨੂੰ ਬਿਲਕੁਲ ਬਹੁਤ ਚੀਜ਼ਾਂ ਦੇਖੋ ਕਈ ਵਾਰੀ ਬੜੀ ਇੱਕ ਕਰਤਾਰ ਦੀ ਕੁਦਰਤੀ ਵਰਤਦੀ ਹੈ, ਇੰਟਲੈਕਟ ਐਬਿਲਿਟੀ ਨਹੀਂ ਹੁੰਦੀ ਬੰਦੇ ਦੀ। ਮੈਂ ਪਹਿਲਾਂ ਜੋ ਬੇਨਤੀ ਕੀਤੀ ਹੈ, ਮੈਨੂੰ ਯਾਦ ਆ ਕਾਫੀ ਯੰਗ ਏਜ ਸੀਗੀ, ਅਤੇ ਸਾਡੀ ਮੇਰੇ ਖਿਆਲ 'ਚ ਯੂਨੀਵਰਸਿਟੀ ਦਾ ਪਹਿਲਾ ਸਾਲ ਸੀਗਾ ਮੇਰਾ। ਕੋਈ ਸ਼ਖਸ ਮਿਲਿਆ ਉੱਥੇ, ਅਤੇ ਉਦੋਂ ਅਸੀਂ ਬੜਾ ਸੀਨੀਅਰ ਮੰਨਦੇ ਸੀਗੇ ਕਿ ਬੜਾ ਸੀਨੀਅਰ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ। ਅਤੇ ਉਹ ਸਾਨੂੰ ਜਿਹੜੇ ਫਸਟ ਈਅਰਸ ਦੇ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਆ ਕੇ ਕੁਛ ਚੀਜ਼ਾਂ ਰਾਜ਼ ਦੀਆਂ ਗੱਲਾਂ ਦੱਸ ਰਿਹਾ, ਅੰਦਰ ਦੀਆਂ ਗੱਲਾਂ। ਅਤੇ ਉਹ ਕੀ ਦੱਸ ਰਿਹਾ? ਉਹ ਦੱਸ ਇਹ ਰਿਹਾ ਕਿ ਖਾਸ ਕਿਸਮ ਦਾ ਨਸ਼ਾ ਹਫੀਮ ਵਰਗਾ। ਉਹ ਕਹਿੰਦਾ ਵੀ ਜੇ ਕਿਤੇ ਤੁਹਾਨੂੰ ਰਾਤ ਨੂੰ ਨੀਂਦ ਆਵੇ, ਪੜ੍ਹਨ ਲੱਗਿਆ, ਕੁਛ ਕਰਨ ਲੱਗਿਆ, ਖਾਸ ਕਰਕੇ ਜਦੋਂ ਟੈਸਟ ਹੈ, ਐਗਜ਼ਾਮ ਆ, ਤੁਸੀਂ ਨਾ ਆਹ ਖਾ ਲੈਣੀ ਹੈ ਥੋੜ੍ਹੀ ਜਿਹੀ, ਬਸ ਕਮਾਲ ਹੀ ਹੈ, ਨੀਂਦ ਨਹੀਂ ਆਏਗੀ, ਬਹੁਤ ਤੁਹਾਡਾ ਜਿਹੜਾ ਹੈਗਾ ਖਾਸ ਕਰਕੇ ਟੈਨਸ਼ਨ ਸਪੈਨ ਜਿਹੜਾ ਹੈਗਾ ਉਹ ਵੀ ਵੱਧ ਜਾਏਗਾ, ਕੰਸਨਟਰੇਸ਼ਨ ਵੱਧ ਜਾਏਗੀ। ਜਿਹੜੀ ਜਿਵੇਂ ਇਨਫੋਰਮੇਸ਼ਨ ਦੇ ਰਿਹਾ ਬੜੇ ਗਲੋਰੀਫਾਈ ਕਰਕੇ ਸਭ ਕੁਛ ਕਰਕੇ, ਉਹ ਮੈਂ ਦੇਖ ਰਿਹਾ ਸਾਡਾ ਸਾਰਾ ਗਰੁੱਪ ਜਿਹੜਾ ਹੈ ਨਾ ਉਸ ਨੂੰ ਐਜ਼ ਇਟ ਇਜ਼ ਪਰਸੀਵ ਕਰੀ ਜਾ ਰਿਹਾ।
ਸਮਹਾਓ ਮਾਫੀ ਮੰਗਾਂਗਾ ਮੈਂ, ਇੱਕ ਮੈਂ ਵਾਂ ਤੇ ਇੱਕ ਮੇਰਾ ਹੋਰ ਸਹਿਪਾਠੀ ਹੈ, ਬੜਾ ਪਿਆਰਾ ਸ਼ਖਸ। ਅਸੀਂ ਦੋਨੋਂ ਇੱਕ ਦੂਜੇ ਵੱਲ ਵੇਖ ਰਹੇ ਹਾਂ ਤੇ ਮੁਸਕਰਾ ਰਹੇ ਹਾਂ। ਅਜੇ ਉਹ ਗੱਲ ਕਰਕੇ ਹਟਿਆ ਆ ਤਾਂ ਅਸੀਂ ਦੋਨੋਂ ਡਿਸਕਸ਼ਨਸ ਇਹ ਕਰ ਰਹੇ ਹਾਂ ਵੀ ਇਹ ਦੇਖ ਪੁੱਠੇ ਪਾਸੇ ਲਾ ਰਿਹਾ। ਐਕਚੁਅਲੀ ਜਿਹਨੂੰ ਇਹ ਲੱਗਦਾ ਨਾ ਕਿ ਇਹ ਸਾਡੇ ਭਲੇ ਦੀ ਗੱਲ ਸੋਚਦਾ, ਭੁੱਲ ਜਾਓ। ਹੁਣ ਉਹਦਾ ਦੂਸਰਾ ਰੂਪ ਬਿਲਕੁਲ ਨਜ਼ਰ ਪੈ ਰਿਹਾ ਕਿ ਅਸਲ ਵਿੱਚ ਇਹ ਸਾਰੀ ਗਲੋਰੀਫਿਕੇਸ਼ਨ ਇਹ ਬਰਬਾਦੀ ਵਾਲੇ, ਤਬਾਹੀ ਵਾਲੇ ਪਾਸੇ ਲੈ ਕੇ ਜਾਏਗੀ। ਇਹ ਕਈ ਵਾਰੀ ਕੁਦਰਤੀ ਤੌਰ ਤੇ ਕਿਸੇ ਸੁਰਤ 'ਚ ਇਸ ਰੂਪ ਵਿੱਚ ਆ ਜਾਂਦੀ। ਅਦਰਵਾਈਜ਼ ਜੋ ਚੀਜ਼ ਗਲੋਰੀਫਾਈ ਕੀਤੀ ਗਈ, ਬੰਦਾ ਬਿਲਕੁਲ ਉਹਦਾ ਫੋਲੋਵਰ ਹੋ ਜਾਂਦਾ। ਉਹਨਾਂ ਕਿਹਾ, ਇਹਨਾਂ ਯੰਗ ਬੱਚਿਆਂ ਨੇ ਸੋਸਾਇਟੀ 'ਚ ਇਹ ਬਹੁਤਾ ਸੁਣਿਆ ਕਿਉਂਕਿ ਫਲਾਣੇ ਦੇ ਜਿਹੜਾ ਸੀਗਾ ਉਹ ਬਾਈ ਉਹਦਾ ਬੜਾ ਨਾਮ ਸੀਗਾ, ਉਹਨੇ ਬੜੀ ਛੇਤੀ ਪੈਸੇ ਬਣਾਏ, ਉਹਨੇ ਨਸ਼ਾ ਵੇਚਿਆ, ਉਸਨੇ ਜਿਹੜਾ ਹੈਗਾ ਵੈਪਨਸ ਨੂੰ ਜਿਹੜਾ ਹੈਗਾ ਉਹ ਮੂਵ ਕਰਨ 'ਚ ਹੈਲਪ ਕੀਤੀ। ਉਹ ਇਸ ਕਿਸਮ ਦੀਆਂ ਗੱਲਾਂ ਸੁਣਾ ਕੇ ਉਹ ਗਲੋਰੀਫਿਕੇਸ਼ਨ ਹੋ ਗਈ, ਉਹਦਾ ਗਾਹਕ ਬਣ ਗਿਆ। ਇਹਦੇ ਮੁਕਾਬਲਤਨ ਜਦੋਂ ਗਲੋਰੀਫਿਕੇਸ਼ਨ ਅਸੀਂ ਡਿਫਰੈਂਟ ਲੈਵਲ ਦੀ ਦੇਖਦੇ ਹਾਂ, ਸਾਡੇ ਘਰ 'ਚ ਸ਼ਹੀਦ ਇੰਨੇ ਕਿਉਂ ਹੋਏ? ਕਿਉਂਕਿ ਸ਼ਹਾਦਤਾਂ ਨੂੰ ਉਹਨਾਂ ਦੇ ਅਸਲ ਜਿਹੜੀ ਰਿਐਲਿਟੀ 'ਚ ਉਹਨਾਂ ਦੀ ਗਲੋਰੀ ਸੀਗੀ, ਉਹਨੂੰ ਪਰਿਵਾਰਾਂ 'ਚ ਡਿਸਕਸ ਕੀਤਾ, ਮਾਨਿਆ, ਵੇਖਿਆ, ਇੱਕ ਵਾਰੀਅਰਸ ਦਾ ਕੈਰੀਅਰ ਬਿਲਡ ਹੋ ਗਿਆ। ਭਗਤੀ ਦੇ ਰਾਹ ਤੇ ਕਿਉਂ ਤੁਰਦੇ ਕੁਛ ਲੋਕ? ਜਦੋਂ ਉਹਨੇ ਪਤਾ ਲੱਗਦਾ ਭਾਈ ਮੈਡੀਟੇਸ਼ਨ ਤੇ ਬੜੀ ਕਮਾਲ ਦੀ ਚੀਜ਼ ਆ, ਬੰਦੇ ਨੂੰ ਬੰਦਾ ਬਣਾ ਦਿੰਦੀ ਹੈ, ਇਹ ਤੇ ਇਨਸਾਨੀ ਕਦਰਾਂ ਕੀਮਤਾਂ ਨਾਲ ਜੋੜ ਦਿੰਦੀ ਹੈ, ਬੰਦਾ ਉਹਦਾ ਗਾਹਕ ਬਣ ਗਿਆ। ਬਾਬਾ ਕਬੀਰ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਜਦੋਂ ਵਿੱਚ ਬਿਆਨ ਕਰਦੇ ਆਪਣੇ ਬਚਨ ਸ਼ਬਦ ਦੇ ਵਿੱਚ, ਰਾਮ ਜਪੋ ਜੀ ਐਸੇ ਐਸੇ, ਕਿਵੇਂ ਜੀ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹ ਧਰੂ ਦੀ ਗੱਲ ਕਰਦੇ, ਪ੍ਰਹਿਲਾਦ ਦੀ ਗੱਲ ਕਰਦੇ, ਉਹ ਭਗਤਾਂ ਦੀ ਬਾਤ ਕਰਦੇ। ਜਦੋਂ ਗੁਰੂ ਸਾਹਿਬ ਇਹ ਕਹਿੰਦੇ ਗੋਬਿੰਦ 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 ਸਿਓ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਬੁਣਨਾ ਤੜਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਹੋਇਓ ਗੁਣੀ ਗਹੀਰਾ। ਕਿਆ ਇਹ ਚੀਜ਼ਾਂ ਜਿਹੜੀਆਂ ਬਿਆਨ ਕੀਤੀਆਂ ਗਈਆਂ, ਰਵਿਦਾਸ ਟੋਹੰਦਾ ਢੋਰ ਨਿਤਿਨ ਤਿਆਗੀ, ਮਾਇਆ ਪ੍ਰਗਟ ਹੋਵਾ ਸਾਧ ਸੰਗ ਮਿਲ ਦਰਸ਼ਨ ਪਾਇਆ। ਹੁਣ ਇਹ ਜਿਹੜੀਆਂ ਬਾਤਾਂ ਕਈਆਂ, ਇਹ ਗਲੋਰੀਫਿਕੇਸ਼ਨ ਆ ਉਸ ਕਰੈਕਟਰ ਦੀ ਜਿਹਦੇ ਵਰਗੇ ਤੁਸੀਂ ਹੋ ਸਕਦੇ ਹੋ, ਹੋਣਾ ਚਾਹੀਦਾ ਤੁਹਾਨੂੰ। ਇੱਥੇ ਬਚਨ ਆਇਆ, ਸਭ ਕਹਿੰਦੇ ਸੁਣ ਸੁਣ ਜੀਵਾਂ ਸੋਏ ਤਿਨਾਂ ਕੀ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੈਂ ਜਿਉਣਾ ਵਾਂ, ਮੈਨੂੰ ਜੀਵਨ ਮਿਲਦਾ ਆ। ਮੇਰੇ ਜੀਵਨ ਦੇ ਵਿੱਚ ਉਹਨਾਂ ਦੇ ਉਹ ਮੇਰੇ ਆਈਡੀਅਲ ਬਣ ਜਾਂਦੇ ਨੇ, ਉਹ ਮੇਰੇ ਵਾਸਤੇ ਐਗਜ਼ਾਮਪਲਸ ਬਣ ਜਾਂਦੇ ਨੇ। ਸੁਣ ਸੁਣ ਸੋਏ ਜੀਵਾਂ ਸੋਏ ਤਿਨਾਂ ਕੀ, ਜਿਹਨੇ ਆਪਣਾ ਪ੍ਰਭ ਜਾਤਾ, ਜਿਹਨੇ ਆਪਣੇ ਪ੍ਰਭੂ ਨੂੰ ਜਾਤ ਲਿਆ। ਪ੍ਰਭੂ ਨੂੰ ਜਾਤਣਾ, ਪਹਿਚਾਨਣਾ, ਜਰਰੇ ਜਰਰੇ 'ਚ ਓਮਨੀ ਪ੍ਰੈਜ਼ੈਂਟ ਰੂਪ ਆ ਰੱਬ ਦਾ। ਤੇ ਇਹ ਹੈ ਕਿ ਜਿਹਨੂੰ ਬੰਦੇ ਨੂੰ ਅਹਿਸਾਸ ਹੋਏ, ਤੁਰਦਿਆਂ ਫਿਰਦਿਆਂ ਰਹਿੰਦਿਆਂ, ਸੁਣਦਿਆਂ ਬੋਲਦਿਆਂ, ਖਾਂਦਿਆਂ ਪੀਂਦਿਆਂ, ਵਰਤਦਿਆਂ ਹੰਡਾਉਂਦਿਆਂ, ਆਪਣੇ ਆਪ ਨਾਲ ਡੀਲ ਕਰਦਿਆਂ, ਦੂਜਿਆਂ ਨਾਲ ਡੀਲ ਕਰਦਿਆਂ ਇੱਕ ਹਾਇਰ ਲੈਵਲ ਦਾ ਪ੍ਰਭਾਵ ਹੋਏ। ਸਭ ਵੇਖਣ ਵਾਲਾ ਉਹ, ਸਭ ਜਾਣਦਾ ਹੈ ਉਹ। ਬੰਦੇ ਕਿਹਦੇ ਤੋਂ ਲੁਕਾਏਗਾ, ਕਿਹਦੇ ਤੋਂ ਛੁਪਾਏਗਾ? ਬੰਦੇ ਘਬਰਾਉਣਾ ਕਿਉਂ ਹੈ, ਡਰਨਾ ਕਿਉਂ ਹੈ? ਤੇਰਾ ਹੱਕ ਕੋਈ ਮਾਰ ਨਹੀਂ ਸਕਦਾ, ਰੱਬ ਤੇਰੇ ਅੰਗ ਸੰਗ ਹੈ। ਸੱਚ ਬੋਲ, ਸਹੀ ਰਾਹ ਤੇ ਤੁਰ, ਇਮਾਨਦਾਰ ਹੋ, ਅੱਜ ਨਹੀਂ ਤੇ ਕੱਲ ਤੇਰੀ ਬਾਂਹ ਫੜੇਗਾ। ਜੇ ਇਸ ਕਿਸਮ ਦੀ ਅਸੀਂ ਸੋਚ ਲੈ ਕੇ ਅੱਗੇ ਵਧਾਂਗੇ ਤੇ ਮਹਾਰਾਜ ਕਹਿੰਦੇ ਜਿਹੜੇ ਵਾਧੇ ਇਸ ਰੂਪ ਦੇ ਵਿੱਚ, ਭਾਈ ਉਹਨਾਂ ਦੀ ਸੋਭਾ ਸੁਣੋ, ਉਹਨਾਂ ਦੀ ਸੋਭਾ ਨਾਲ ਜੁੜੋ। ਕਿਆ ਸੁਣ ਸੁਣ ਜੀਵਾਂ ਸੋਏ ਤਿਨਾ ਕਿ ਜਿਹਨੇ ਆਪਣਾ ਪ੍ਰਭ ਜਾਤਾ, ਹਰ ਨਾਮ ਅਰਾਧਨ, ਨਾਮ ਵਖਾਣ ਹੈ। ਇਹੀ ਹਰੀ ਨਾਮ ਦੀ ਆਰਾਧਨਾ ਹੈ, ਇਹੀ ਹਰੀ ਨਾਮ ਦਾ ਵਖਿਆਨ ਆ। ਹੋਰ ਵਖਿਆਨ ਕੀ ਹੋਏਗਾ? ਸੰਸਾਰ ਹੈ, ਗੱਲਾਂ ਹੀ ਕਰਨੀਆਂ ਨੇ, ਜਿਵੇਂ ਦੀਆਂ ਮਰਜ਼ੀ ਕਰ ਲਓ, ਇਹ ਵੀ ਕਰ ਲਓ, ਕਿਸੇ ਨੂੰ ਨਿੰਦ ਲਓ, ਭੰਡ ਲਓ, ਮਾੜਾ ਕਹਿ ਲਓ, ਬਖੀਲਗੀ ਕਰ ਲਓ, ਇਹ ਕਰ ਲਓ, ਆਪਣੀ ਵਡਿਆਈ ਕਰ ਲਓ, ਕਿਸੇ ਦੀ ਵਡਿਆਈ ਕਰ ਲਓ। ਤੇ ਇਹ ਵੀ ਹੈ, ਚੰਗਿਆਂ ਦੀ ਵਡਿਆਈ ਕਰ ਲਓ, ਗੁਰੂ ਦੀ ਵਡਿਆਈ ਕਰ ਲਓ, ਗੁਰੂ ਜਾਇਆਂ ਦੀ ਵਡਿਆਈ ਕਰ ਲਓ, ਰੱਬੀ ਗੁਣਾਂ ਨੂੰ ਧਾਰਨ ਕਰਨ ਵਾਲਿਆਂ ਦੀ ਵਡਿਆਈ ਕਰ ਲਓ। ਜਿਸ ਦੀ ਵਡਿਆਈ ਕਰੋਗੇ, ਜਿਹਦਾ ਵਖਿਆਨ ਕਰੋਗੇ, ਉਹੋ ਜਿਹੇ ਬਣ ਜਾਓਗੇ। ਸਾਹਿਬ ਨੇ ਬਿਆਨ ਕੀਤਾ, ਜੋ ਇਸ ਲੈਵਲ ਤੇ ਆਏ, ਜਿਨ੍ਹਾਂ ਨੂੰ ਕਿਹਾ ਕਿ ਭਾਈ ਹਰ ਨਾਮ ਅਰਾਧ ਹੈ, ਹਰ ਨਾਮ ਵਖਾਣਾ ਹੈ, ਹਰ ਨਾਮੇ ਹੀ ਮਨ ਰਾਤਾ। ਅਖੀਰ ਜਿਹੜਾ ਨਾਮ ਮਾਨਿਆ ਉਹ ਹਰੀ ਨਾਮ ਵਿੱਚ ਰਤ ਗਿਆ। ਰਤਨ ਦਾ ਮਤਲਬ ਪਸੀਰ ਜਾਣਾ। ਇਸ ਤਰ੍ਹਾਂ ਜਾਣੀਏ ਜਿਵੇਂ ਹੁਣ ਮੈਂ ਵੀ ਗੱਲਬਾਤ ਕਰ ਰਿਹਾ ਸੀਗਾ, ਆਪ ਸੁਣ ਰਹੇ ਸੀਗੇ। ਜਿੰਨੀ ਗੱਲਬਾਤ ਹੋਈ, ਜੇ ਸਾਰੀ ਨੂੰ ਨਿਚੋੜਿਆ ਜਾਏ, ਇਹਦੇ 'ਚੋਂ ਕੁਛ ਨਿਕਲ ਆਵੇਗਾ। ਮੈਟਾਫੋਰਿਕ ਵੇ ਨਾਲ ਕਹਿ ਰਿਹਾ ਮੈਂ। ਜੋ ਤੁਸੀਂ ਸੁਣਿਆ, ਇਹ ਸਾਰੀ ਸਰੋਤ ਨੂੰ ਇੰਨਾ ਸਮਾਂ ਸੁਣਨ ਤੋਂ ਬਾਅਦ ਇਹਨੂੰ ਨਿਚੋੜੋਗੇ, ਕੁਛ ਨਿਕਲ ਆਵੇਗਾ ਇਹਦੇ 'ਚੋਂ।
ਹਰ ਇੱਕ ਗੱਲ ਕਰਨ ਦਾ ਜਿਹੜਾ ਗੱਲ ਦੇ ਪਿੱਛੇ ਇੱਕ ਭਾਵ ਹੈ, ਇੱਕ ਉਹਦੇ ਪਿੱਛੇ ਇੱਕ ਨਿਸ਼ਾਨਾ ਆ, ਉਹਦੇ ਪਿੱਛੇ ਇੱਕ ਇੰਟੈਂਸ਼ਨ ਆ। ਸੁਣਨ ਪਿੱਛੇ ਵੀ ਇਸੇ ਤਰੀਕੇ ਨਾਲ ਬੰਦਾ ਕੋਈ ਵੀ ਚੀਜ਼ ਐਵੇਂ ਨਹੀਂ ਵੇਖਦਾ, ਐਵੇਂ ਨਹੀਂ ਸੁਣਦਾ, ਉਹਦੇ ਪਿੱਛੇ ਇੱਕ ਭਾਵ ਆ। ਕੋਈ ਚੀਜ਼ ਐਵੇਂ ਨਹੀਂ ਪੜ੍ਹਦਾ, ਉਹਦੇ ਪਿੱਛੇ ਇੱਕ ਭਾਵ ਆ। ਇਹ ਜਿਹੜਾ ਭਾਵ ਆ, ਇਹੀ ਮਨ ਨੂੰ ਅਸਲ ਜੇ ਨਿਚੋੜੋਗੇ ਤੇ ਮਨ ਵਿੱਚੋਂ ਚੀਜ਼ ਨਿਕਲੇਗੀ ਕਿ ਮਨ ਇਹਦੇ ਨਾਲ ਭਰਿਆ ਆ। ਜੇ ਬੰਦੇ ਨੂੰ ਲਗਾਤਾਰ ਕੂੜ ਸੁਣਨਾ, ਕੁਚੱਜ ਸੁਣਨਾ, ਨਸ਼ਿਆਂ ਦੇ ਬਾਬਤ ਜਿਵੇਂ ਗਾਣੇ ਸੁਣਨੇ, ਵਾਇਲੈਂਸ ਰਿਲੇਟਡ ਚੀਜ਼ਾਂ ਸੁਣਨੀਆਂ, ਇਹ ਸਭ ਚੀਜ਼ਾਂ ਜਿਹੜੀਆਂ ਨੇ ਮਨ ਰੱਤਿਆ ਇਹਦੇ ਵਿੱਚ। ਜੀ ਬਾਣੀ ਵੀ ਤਾਂ ਸੁਣੀ ਜਾ ਸਕਦੀ ਹੈ, ਹੈਗੇ ਨੇ ਇਹੋ ਜਿਹੇ ਲੋਕ ਜਿਹੜੇ ਸਵੇਰ ਤੋਂ ਸ਼ਾਮ ਤੱਕ ਬਾਣੀ ਸੁਣਦੇ, ਰੱਤਿਆ ਗਿਆ ਮਨ ਦੇ ਵਿੱਚ, ਪ੍ਰਭਾਵ ਪੈ ਗਿਆ। ਗੁਰੂ ਬਾਬਾ ਜੀ ਬਿਆਨ ਕਰਦੇ ਕਿ ਭਾਈ ਹਰਨਾਮੇ ਹੀ ਮਨ ਰਾਤਾ, ਸੇਵਕ ਜਨ ਕੀ ਸੇਵਾ ਮੰਗੈ, ਪੂਰਾ ਕਰਮ ਕਮਾਵਾਂ। ਮੈਂ ਇਹੋ ਜਿਹੇ ਜਨ ਦੀ ਸੇਵਕ ਬਣ ਕੇ ਉਹਦੀ ਮੰਗ, ਸੇਵਾ ਦੀ ਮੰਗ ਮੰਗਦਾ, ਤੇ ਇਹ ਪੂਰੇ ਕਰਮਾਂ ਤੋਂ ਬਿਨਾਂ, ਪੂਰੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ। ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾਂ। ਮੇਰੇ ਤੇ ਤਰਸ ਕਰੀ, ਜਿਹਨੂੰ ਅਸੀਂ ਕਹਿੰਦੇ ਹਾਂ ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਇਹੋ ਜਿਹੇ ਬਸ਼ਰ ਮਨਾ ਜਿਹਨੂੰ ਮਿਲਣ ਕਰਕੇ ਮਾਲਕ ਤੂੰ ਯਾਦ ਆਵੇਂ, ਤੇਰਾ ਅਹਿਸਾਸ ਸੁਰਤ 'ਚ ਆਵੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ ਜੇ ਕਿਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਜੋ ਸ਼ਹਾਦਤਾਂ ਦੇ ਦੌਰ ਨੂੰ ਵੀ ਲੰਘ ਰਹੇ ਨੇ, ਉਹਨਾਂ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਦੇ ਨਾਲ ਹੀ ਸਮਾਪਨ ਕਰਦੇ ਹਾਂ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।